प्यारे बच्चों, सत श्री अकाल। मैं शहनाज सिद्धू सरकारी हाई स्कूल गिੱਦੜ ਜ਼ਿਲ੍ਹਾ ਬਠਿੰਡਾ ਤੋਂ। ਅੱਜ ਬੇਟਾ ਆਪਾਂ ਆਪਣੀ ਪਾਠ ਪੁਸਤਕ ਵਿੱਚ ਸ਼ਾਮਿਲ ਮੁਹਾਵਰੇ 101 ਤੋਂ ਲੈ ਕੇ 113 ਤੱਕ ਇਹ ਪੜਾਂਗੇ। ਮੁਹਾਵਰੇ ਤੁਸੀਂ ਛੋਟੀਆਂ ਜਮਾਤਾਂ ਤੋਂ ਹੀ ਪੜ੍ਹਦੇ ਆ ਰਹੇ ਹੋ। ਤੁਹਾਨੂੰ ਬਹੁਤ ਸਾਰੇ ਮੁਹਾਵਰੇ ਆਉਂਦੇ ਹੈ। ਇਹਨਾਂ ਵਿੱਚੋਂ ਬਹੁਤੇ ਪਾਠ ਪੁਸਤਕ ਵਿੱਚ ਭਾਵੇਂ ਨਹੀਂ ਸ਼ਾਮਿਲ, ਪਰ ਫਿਰ ਵੀ ਤੁਹਾਨੂੰ ਉਹਨਾਂ ਮੁਹਾਵਰਿਆਂ ਬਾਰੇ ਵੀ ਪਤਾ ਹੈ। ਉਹ ਬੋਲ ਚਾਲ ਦੇ ਵਿੱਚੋਂ ਸਹਿਜੇ ਹੀ ਤੁਸੀਂ ਆਪਣੇ ਆਲੇ ਦੁਆਲੇ ਵਿੱਚੋਂ ਗ੍ਰਹਿਣ ਕੀਤੇ ਹੈ, ਕਿਉਂਕਿ ਮੁਹਾਵਰੇ ਸਾਡੀ ਭਾਸ਼ਾ ਪੰਜਾਬੀ ਦੀ ਜਾਨ ਹੈ, ਪੰਜਾਬੀ ਭਾਸ਼ਾ ਦੀ ਸ਼ਾਨ ਹੈ। ਇਹ ਪੀੜ੍ਹੀ ਦਰ ਪੀੜ੍ਹੀ ਚੱਲਦੇ ਆਉਂਦੇ ਆ। ਅਸੀਂ ਆਪਣੇ ਵੱਡਿਆਂ ਤੋਂ ਸਿੱਖਦੇ ਹਾਂ, ਬੋਲਚਾਲ ਦੇ ਵਿੱਚੋਂ ਸਹਿਜੇ ਹੀ ਗ੍ਰਹਿਣ ਕਰ ਲੈਂਦੇ ਹਾਂ। ਉਹਨਾਂ ਨੇ ਆਪਣੇ ਵੱਡਿਆਂ ਤੋਂ ਸਿੱਖੇ ਹੁੰਦੇ ਹੈ, ਤਾਂ ਇਹਦੇ ਸਿੱਖਣ ਦੇ ਲਈ ਕੋਈ ਵਿਸ਼ੇਸ਼ ਯਤਨ ਨਹੀਂ ਕਰਨੇ ਪੈਂਦੇ। ਸਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਅਸੀਂ ਉਹ ਮੁਹਾਵਰੇ ਆਪਣੀ ਆਮ ਗੱਲਬਾਤ ਦੇ ਵਿੱਚ ਬੋਲਣ ਲੱਗ ਜਾਂਦੇ ਹਾਂ ਤੇ ਉਹਨਾਂ ਨੂੰ ਸਹੀ ਥਾਂ ਤੇ ਟਿਕਾਉਣ ਲੱਗ ਜਾਂਦੇ ਹਾਂ। ਇਹਨਾਂ ਮੁਹਾਵਰਿਆਂ ਦੀ ਰਚਨਾ ਕੋਈ ਕਵੀ ਜਾਂ ਕੋਈ ਲੇਖਕ ਨਹੀਂ ਕਰਦਾ, ਕਿਸੇ ਇੱਕ ਵਿਅਕਤੀ ਨੇ ਲਿਖੇ ਨਹੀਂ ਹੁੰਦੇ। ਇਹ ਤਾਂ ਲੋਕ ਸਾਹਿਤ ਦਾ ਰੂਪ ਹੈ। ਲੋਕਾਂ ਰਾਹੀਂ ਅਗਾਂਹ ਅਗਾਂਹ ਤੁਰਦੇ ਜਾਂਦੇ ਹੈ ਤੇ ਲੋੜ ਦੇ ਅਨੁਸਾਰ ਆਪਣਾ ਥੋੜਾ ਥੋੜਾ ਰੂਪ ਬਦਲਦੇ ਜਾਂਦੇ ਹੈ। ਇਹ ਆਮ ਲੋਕਾਂ ਦੇ ਮੂੰਹੋਂ ਸਹਿਜ ਸੁਭਾਅ ਨਿਕਲੇ ਹੋਏ ਸ਼ਬਦ ਹੁੰਦੇ ਹੈ, ਜੋ ਹੌਲੀ ਹੌਲੀ ਮੁਹਾਵਰਿਆਂ ਦਾ ਰੂਪ ਧਾਰ ਲੈਂਦੇ ਹੈ। ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਤਾਂ ਅਕਸਰ ਹੀ ਅਸੀਂ ਇਹਨਾਂ ਮੁਹਾਵਰਿਆਂ ਦੀ ਵਰਤੋਂ ਕਰਦੇ ਹਾਂ, ਕਿਉਂਕਿ ਇਹ ਸਾਡੀ ਬੋਲਚਾਲ ਦੀ ਬੋਲੀ ਨੂੰ ਬਹੁਤ ਪ੍ਰਭਾਵਸ਼ਾਲੀ ਬਣਾਉਂਦੇ ਹੈ। ਮੁਹਾਵਰੇ ਬੇਟਾ ਸ਼ਬਦਾਂ ਦਾ ਸਮੂਹ ਹੁੰਦੇ ਹੈ, ਯਾਨੀ ਕਿ ਇੱਕ ਸ਼ਬਦ ਹੈ ਜਿਹੜਾ ਕੋਈ ਉਹ ਮੁਹਾਵਰਾ ਨਹੀਂ ਹੋ ਸਕਦਾ। ਆਮ ਤੌਰ ਤੇ ਇੱਕ ਤੋਂ ਜ਼ਿਆਦਾ ਸ਼ਬਦ ਹੁੰਦੇ ਨੇ ਮੁਹਾਵਰੇ ਦੇ ਵਿੱਚ, ਇਸ ਲਈ ਅਸੀਂ ਕਹਿ ਦਿੰਦੇ ਹਾਂ ਕਿ ਉਹ ਸ਼ਬਦਾਂ ਦਾ ਸਮੂਹ ਹੁੰਦਾ ਹੈ। ਪਰ ਇਹਦੇ ਸ਼ਾਬਦਿਕ ਅਰਥ ਹੋਰ ਹੁੰਦੇ ਹੈ, ਜਦ ਕਿ ਭਾਵ ਅਰਥ ਹੋਰ ਹੁੰਦੇ ਹੈ। ਭਾਵ ਜੋ ਅਸੀਂ ਬੋਲਦੇ ਹਾਂ ਇਹਦਾ ਉਹੀ ਅਰਥ ਨਹੀਂ ਹੁੰਦਾ। ਉਦਾਹਰਨ ਵਜੋਂ ਇੱਟ ਨਾਲ ਇੱਟ ਖੜਕਾਉਣੀ, ਅਸੀਂ ਇਹ ਮੁਹਾਵਰਾ ਬਹੁਤ ਪਹਿਲਾਂ ਤੋਂ ਸੁਣਦੇ ਆਉਂਦੇ ਹਾਂ, ਪਰ ਇਹਦਾ ਅਰਥ ਇਹ ਨਹੀਂ ਕਿ ਦੋ ਇੱਟਾਂ ਨੂੰ ਆਪਸ ਦੇ ਵਿੱਚ ਖੜਕਾਉਣਾ, ਸਗੋਂ ਇਹਦਾ ਅਰਥ ਇਹ ਹੈ ਕਿ ਪੂਰੀ ਤਰ੍ਹਾਂ ਦੇ ਨਾਲ ਤਬਾਹ ਕਰ ਦੇਣਾ। ਤਾਂ ਇਸੇ ਲਈ ਅਸੀਂ ਕਹਿੰਦੇ ਹਾਂ ਕਿ ਮੁਹਾਵਰਿਆਂ ਦੇ ਸ਼ਾਬਦਿਕ ਅਰਥ ਹੋਰ ਹੁੰਦੇ ਹੈ, ਜਦ ਕਿ ਭਾਵ ਅਰਥ ਹੋਰ ਹੁੰਦੇ ਹੈ। ਜਦੋਂ ਅਸੀਂ ਇਹਨਾਂ ਦੀ ਵਰਤੋਂ ਕਰਦੇ ਹਾਂ ਤਾਂ ਭਾਵ ਅਰਥਾਂ ਨੂੰ ਹੀ ਮੁੱਖ ਰੱਖਿਆ ਜਾਂਦਾ ਹੈ, ਭਾਵ ਅਰਥਾਂ ਦਾ ਹੀ ਧਿਆਨ ਰੱਖਿਆ ਜਾਂਦਾ ਹੈ। ਇਹ ਜਿਹੜੇ ਆਪਣੇ ਮੁਹਾਵਰੇ ਨੇ, ਇਹਨਾਂ ਦਾ ਅੰਤਿਮ ਰੂਪ ਹੈ ਜਿਹੜਾ ਉਹ ਬਦਲ ਵੀ ਸਕਦਾ ਹੈ ਜਦੋਂ ਅਸੀਂ ਇਹਨਾਂ ਦੀ ਵਰਤੋਂ ਕਰਦੇ ਹਾਂ। ਭਾਵ ਇਹ ਸ਼ਬਦ ਧਾਤੂ ਦੇ ਅੰਤ ਵਿੱਚ ਣਾ, ਣੀ, ਨਾ, ਨੀ ਵਧਾ ਕੇ ਬਣਦੇ ਆ। ਜਦੋਂ ਅਸੀਂ ਅਖੀਰਲਾ ਇਹਦਾ ਸ਼ਬਦ ਹੈ ਵਾਕ ਦੇ ਵਿੱਚ ਵਰਤਦੇ ਹਾਂ ਤਾਂ ਅਸੀਂ ਥੋੜੀ ਜਿਹੀ ਉਸ ਦੇ ਵਿੱਚ ਖੁੱਲ੍ਹ ਵੀ ਲੈ ਲੈਂਦੇ ਹਾਂ, ਕਿਉਂਕਿ ਅਸੀਂ ਇਹਦੀ ਵਰਤੋਂ ਸਮੇਂ ਕਿਰਿਆ ਦੇ ਵਚਨ, ਲਿੰਗ, ਪੁਰਖ ਦੇ ਕਾਲ ਦੇ ਅਨੁਸਾਰ ਤਬਦੀਲੀ ਕਰ ਲੈਂਦੇ ਹਾਂ। ਜਿਵੇਂ ਕੋਈ ਮੁਹਾਵਰਾ ਹੈ ਅੱਖ ਲੱਗਣੀ, ਤਾਂ ਉਹਦੇ ਵਿੱਚ ਅਸੀਂ ਜਦੋਂ ਉਹਦੀ ਵਾਕ ਦੇ ਵਿੱਚ ਵਰਤੋਂ ਕਰਦੇ ਹਾਂ ਤਾਂ ਅਸੀਂ ਅੱਖ ਲੱਗੇਗੀ, ਅੱਖ ਲੱਗੀ, ਇਸ ਤਰ੍ਹਾਂ ਨਾਲ ਥੋੜਾ ਜਿਹਾ ਉਹਦਾ ਰੂਪ ਬਦਲ ਲੈਂਦੇ ਹਾਂ। ਪਰ ਇਹਦਾ ਅਰਥ ਇਹ ਨਹੀਂ ਕਿ ਅਸੀਂ ਪੂਰੇ ਦਾ ਪੂਰਾ ਮੁਹਾਵਰਾ ਹੈ ਜਿਹੜਾ ਉਹ ਆਪਣੀ ਲੋੜ ਦੇ ਅਨੁਸਾਰ ਸ਼ਬਦਾਂ ਦੇ ਵਿੱਚ ਹੇਰ ਫੇਰ ਕਰ ਦੇਈਏ, ਕਿਉਂਕਿ ਉਹਦੇ ਨਾਲ ਫਿਰ ਉਹਦੇ ਅਰਥ ਹੈ ਜਿਹੜੇ ਉਹ ਬਿਲਕੁਲ ਹੀ ਬਦਲ ਜਾਣਗੇ। ਉਹ ਮੁਹਾਵਰਾ ਨਹੀਂ ਰਹਿਣਾ, ਉਹ ਤਾਂ ਫਿਰ ਸ਼ਬਦਾਂ ਦਾ ਇੱਕ ਸਮੂਹ ਹੀ ਬਣ ਜਾਊਗਾ। ਮੁਹਾਵਰੇ ਬੇਟਾ ਕਿਸੇ ਭਾਸ਼ਾ ਦਾ ਗਹਿਣਾ ਹੁੰਦੇ ਹੈ। ਇਹਨਾਂ ਦੀ ਵਰਤੋਂ ਆਪਣੀ ਭਾਸ਼ਾ ਨੂੰ ਪ੍ਰਭਾਵਸ਼ਾਲੀ, ਰੌਚਕ ਤੇ ਸੰਖੇਪਤ ਬਣਾਉਂਦੀ ਹੈ। ਅਸੀਂ ਆਪਣੇ ਆਲੇ ਦੁਆਲੇ ਜੇ ਦੇਖੀਏ ਤਾਂ ਬਹੁਤ ਸਾਰੇ ਵਿਅਕਤੀ ਅਜਿਹੇ ਹੁੰਦੇ ਹੈ ਜਿਹੜੇ ਆਪਣੀ ਗੱਲਬਾਤ ਦੇ ਵਿੱਚ ਇਹਨਾਂ ਮੁਹਾਵਰਿਆਂ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹੈ। ਤਾਂ ਉਹ ਆਮ ਤੌਰ ਤੇ ਕਿਸੇ ਸਭਾ ਦੀ
ਰੌਣਕ ਹੁੰਦੇ ਹੈ। ਜ਼ਿਆਦਾਤਰ ਅਜਿਹੇ ਵਿਅਕਤੀ ਹੈ ਜਿਹੜੇ ਉਹ ਪੇਂਡੂ ਸੱਭਿਆਚਾਰ ਦੇ ਨਾਲ ਜੁੜੇ ਹੁੰਦੇ ਹੈ, ਕਿਉਂਕਿ ਉੱਥੇ ਸਾਡਾ ਵਿਰਸਾ ਹੈ ਜਿਹੜਾ ਉਹ ਬਹੁਤ ਹੀ ਅਮੀਰ ਹੈ। ਇਹ ਜ਼ਿਆਦਾ ਬਜ਼ੁਰਗ ਵਿਅਕਤੀ ਜਾਂ ਕੋਈ ਅਜਿਹਾ ਵਿਅਕਤੀ ਜਿਹੜਾ ਉਹਨਾਂ ਦੀ ਸੰਗਤ ਦੇ ਵਿੱਚ ਜ਼ਿਆਦਾ ਰਹਿੰਦਾ ਹੋਵੇ ਤਾਂ ਉਹਦੀ ਬੋਲਚਾਲ ਮੁਹਾਵਰਿਆਂ ਦੇ ਨਾਲ ਭਰਪੂਰ ਹੁੰਦੀ ਹੈ। ਇਹਨਾਂ ਵਿਅਕਤੀਆਂ ਦੀ ਹਮੇਸ਼ਾ ਹਰ ਥਾਂ ਮੰਗ ਰਹਿੰਦੀ ਹੈ। ਜੇਕਰ ਅਸੀਂ ਦੇਖੀਏ ਕਿ ਪਿੰਡ ਦੇ ਵਿੱਚ ਕੋਈ ਸਾਂਝੀ ਥਾਂ, ਸੱਥ, ਥੜਾ, ਤਾਂ ਉੱਥੇ ਇਹ ਆਮ ਤੌਰ ਤੇ ਕੇਂਦਰ ਦੇ ਵਿੱਚ ਹੁੰਦੇ ਹੈ। ਜੇਕਰ ਕਿਸੇ ਦਿਨ ਇਹ ਉੱਥੇ ਨਾ ਆਉਣ ਤਾਂ ਇਹਨਾਂ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ। ਗੱਲਬਾਤ ਕਰਦੇ ਸਮੇਂ ਆਮ ਤੌਰ ਤੇ ਇਹਨਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਇਹਨਾਂ ਦੇ ਆਸੇ-ਪਾਸੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਸਵਾਦ ਨਾਲ ਇਹਨਾਂ ਦੀਆਂ ਗੱਲਾਂ ਸੁਣਦੇ ਹੈ। ਜੇਕਰ ਕੋਈ ਸਮਾਗਮ ਹੁੰਦਾ ਹੈ, ਜਿਵੇਂ ਵਿਆਹ ਜਾਂ ਕਿਸੇ ਬੱਚੇ ਦਾ ਜਨਮ, ਉੱਥੇ ਵੀ ਇਹਨਾਂ ਵਿਅਕਤੀਆਂ ਦੀ ਹੀ ਪ੍ਰਧਾਨਤਾ ਹੁੰਦੀ ਹੈ, ਕਿਉਂਕਿ ਇਹਨਾਂ ਨੇ ਆਪਣੀ ਗੱਲਬਾਤ ਦੇ ਨਾਲ ਸਾਰੇ ਮਾਹੌਲ ਨੂੰ ਰੌਚਕਤਾ ਭਰਪੂਰ ਬਣਾਈ ਰੱਖਣਾ ਹੁੰਦਾ ਹੈ ਤੇ ਆਸੇ-ਪਾਸੇ ਵਾਲੇ ਵਿਅਕਤੀ ਬੜੀ ਹੀ ਦਿਲਚਸਪੀ ਦੇ ਨਾਲ ਇਹਨਾਂ ਦੀਆਂ ਗੱਲਾਂ ਸੁਣਦੇ ਹੈ ਤੇ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਆਨੰਦ ਲੈਂਦੇ ਹੈ। ਅੱਜ ਕੱਲ੍ਹ ਸਾਡੀ ਬੋਲਚਾਲ ਸ਼ਹਿਰੀ ਹੁੰਦੀ ਜਾਂਦੀ ਹੈ, ਜਿਹਦੇ ਵਿੱਚੋਂ ਅਸੀਂ ਬਸ ਲੋੜ ਜਿੰਨਾ ਹੀ ਬੋਲਦੇ ਹਾਂ। ਦੂਸਰੇ ਤੱਕ ਆਪਣੀ ਗੱਲ ਪਹੁੰਚਾਉਣ ਦੇ ਲਈ ਬਹੁਤ ਘੱਟ ਸ਼ਬਦਾਂ ਦੀ ਵਰਤੋਂ ਕਰਨੀ ਚਾਹੁੰਦੇ ਹਾਂ। ਜ਼ਿਆਦਾਤਰ ਕੋਈ ਗਲਤੀ ਹੋਣ ਦੇ ਡਰੋਂ ਜਾਂ ਕਿਸੇ ਸੰਕੋਚ ਦੇ ਡਰੋਂ ਜਾਂ ਕੋਈ ਅਜਿਹੀ ਗੱਲ ਨਾ ਕਹੀ ਜਾਵੇ ਜਿਸ ਦੇ ਨਾਲ ਦੂਸਰੇ ਦਾ ਮਨ ਹੈ ਜਿਹੜਾ ਉਹ ਦੁਖੀ ਹੋਵੇ, ਇਸ ਤਰ੍ਹਾਂ ਦੀਆਂ ਭਾਵਨਾਵਾਂ ਰੱਖਦੇ ਹੋਏ ਬਹੁਤ ਹੀ ਸੰਖੇਪ ਜਾਂ ਮੰਗਵਾ ਜਿਹਾ ਹੀ ਬੋਲਦੇ ਹੈ, ਜਿਸ ਦੇ ਕਾਰਨ ਮੁਹਾਵਰਿਆਂ ਦੀ ਵਰਤੋਂ ਆਪਣੇ ਆਪ ਹੀ ਘਟਦੀ ਜਾਂਦੀ ਹੈ। ਪਰ ਜਿਹੜੇ ਲੋਕ ਸਾਡੇ ਸੱਭਿਆਚਾਰ ਨੂੰ ਅਮੀਰ ਬਣਾ ਰਹੇ ਹੈ, ਸਾਡਾ ਵਿਰਸਾ ਹੈ ਜਿਹੜਾ ਉਹਨਾਂ ਦੇ ਸਹਾਰੇ ਚੱਲ ਰਿਹਾ ਹੈ ਜਾਂ ਉਹਨਾਂ ਦੇ ਸਹਾਰੇ ਜਿਉਂਦਾ ਹੈ ਅੱਜ ਵੀ, ਅਸੀਂ ਅਗਾਂਹ ਤੱਕ ਦੂਸਰੀ ਪੀੜ੍ਹੀ ਤੱਕ ਆਪਣੇ ਇਸ ਵਿਰਸੇ ਨੂੰ ਸੰਭਾਲ ਕੇ ਲਿਜਾ ਰਹੇ ਹਾਂ। ਉਹ ਸਾਡੇ ਪਿੰਡਾਂ ਦੀ ਸ਼ਾਨ, ਸਾਡੇ ਬਜ਼ੁਰਗ ਨੇ, ਜਿਨ੍ਹਾਂ ਦੀ ਬੋਲਚਾਲ ਦੇ ਵਿੱਚੋਂ ਮੁਹਾਵਰੇ ਹੈ ਜਿਹੜੇ ਉਹ ਆਪਣੇ ਆਪ ਹੀ ਡਿੱਗਦੇ ਹੈ ਤੇ ਇੰਨੇ ਢੁਕਵੇਂ ਹੁੰਦੇ ਹੈ ਕਿ ਉੱਥੇ ਹੋਰ ਕਿਸੇ ਗੱਲ ਕਰਨ ਦੀ ਲੋੜ ਹੀ ਨਹੀਂ ਪੈਂਦੀ। ਤਾਂ ਅਸੀਂ ਜੇਕਰ ਕੋਸ਼ਿਸ਼ ਕਰੀਏ ਤਾਂ ਇਹਨਾਂ ਮੁਹਾਵਰਿਆਂ ਨੂੰ ਇਹਨਾਂ ਵਿਅਕਤੀਆਂ ਦੀ ਸੰਗਤ ਦੇ ਵਿੱਚ ਰਹਿ ਕੇ, ਆਮ ਬੋਲਚਾਲ ਦੇ ਵਿੱਚ ਅਪਣਾ ਕੇ ਆਪਣੀ ਬੋਲੀ ਨੂੰ ਬਹੁਤ ਵਧੀਆ ਬਣਾ ਸਕਦੇ ਹਾਂ। ਤਾਂ ਅਸੀਂ ਇਹ ਪਾਠਕ੍ਰਮ ਦੇ ਵਿੱਚ ਮੁਹਾਵਰੇ ਸ਼ਾਮਿਲ ਕੀਤੇ ਹੋਏ ਹੈ। ਜੇ ਤੁਸੀਂ ਇਹਨਾਂ ਮੁਹਾਵਰਿਆਂ ਨੂੰ ਚੰਗੀ ਤਰ੍ਹਾਂ ਨਾਲ ਸਮਝ ਲਓ ਤਾਂ ਆਪਣੀ ਬੋਲਚਾਲ ਦੇ ਵਿੱਚ, ਆਪਣੀ ਗੱਲਬਾਤ ਦੇ ਵਿੱਚ ਜਿੱਥੇ ਲੋੜ ਪਵੇ ਇਸ ਮੁਹਾਵਰੇ ਦੀ ਵਰਤੋਂ ਕਰੋ ਤਾਂ ਤੁਹਾਡੇ ਵਿੱਚ ਵੀ ਉਹ ਸਾਰੇ ਗੁਣ ਆ ਸਕਦੇ ਹੈ ਜਿਹੜੇ ਅਸੀਂ ਉਸ ਵਿਅਕਤੀ ਬਾਰੇ ਗੱਲ ਕੀਤੀ ਹੈ ਜਿਹੜਾ ਹਰ ਸਭਾ ਦਾ ਕੇਂਦਰ ਹੁੰਦਾ। ਤਾਂ ਇਹ ਮੁਹਾਵਰੇ ਅਸੀਂ ਸਿਰਫ ਨੰਬਰ ਲੈਣ ਲਈ ਯਾਦ ਨਹੀਂ ਕਰਨੇ, ਅਸੀਂ ਇਹਨਾਂ ਦੇ ਅਰਥਾਂ ਨੂੰ ਸਮਝਣ ਦਾ ਯਤਨ ਕਰਨਾ ਤਾਂ ਜੋ ਅਸੀਂ ਆਪਣੀ ਲਿਖਤ ਦੇ ਵਿੱਚ, ਆਪਣੀ ਬੋਲਚਾਲ ਦੇ ਵਿੱਚ ਇਹਨਾਂ ਦੀ ਥਾਂ-ਥਾਂ ਵਰਤੋਂ ਕਰ ਸਕੀਏ। ਜੇਕਰ ਅਸੀਂ ਕੋਈ ਸਾਰ ਲਿਖਦੇ ਹਾਂ ਕਹਾਣੀ ਦਾ, ਕੋਈ ਲੇਖ ਲਿਖਦੇ ਹਾਂ, ਕੋਈ ਤੁਹਾਨੂੰ ਪੈਰਾ ਰਚਨਾ ਆਉਂਦੀ ਹੈ, ਤਾਂ ਥਾਂ-ਥਾਂ ਤੇ ਤੁਸੀਂ ਇਹਨਾਂ ਮੁਹਾਵਰਿਆਂ ਦੀ ਵਰਤੋਂ ਕਰਕੇ ਆਪਣੀ ਲਿਖਤ ਨੂੰ ਪ੍ਰਭਾਵਸ਼ਾਲੀ ਬਣਾ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਆਪ ਸਾਹਿਤ ਸਿਰਜਣ ਦੀ ਕੋਸ਼ਿਸ਼ ਕਰੋ, ਕੁਝ ਆਪ ਲਿਖੋ ਆਪਣੇ ਵੱਲੋਂ, ਤਾਂ ਉਹਦੇ ਵਿੱਚ ਵੀ ਇਹ ਮੁਹਾਵਰੇ ਹੈ ਜਿਹੜੇ ਸਾਡੀ ਬਹੁਤ ਸਹਾਇਤਾ ਕਰਦੇ ਹੈ ਤੇ ਸਾਡੀ ਲਿਖਤ ਨੂੰ ਸੋਹਣਾ ਬਣਾਉਂਦੇ ਹੈ। ਤਾਂ ਹੁਣ ਅਸੀਂ ਕੁਝ ਕੁ ਮੁਹਾਵਰੇ ਨੇ ਜਿਹੜੇ ਆਪਣੀ ਕਿਤਾਬ ਦੇ ਵਿੱਚ ਸ਼ਾਮਿਲ ਹੈ, ਉਹਨਾਂ ਨੂੰ ਪੜ੍ਹ ਕੇ ਉਹਨਾਂ ਦੇ ਭਾਵ ਅਰਥਾਂ ਨੂੰ ਸਮਝਣ ਦਾ ਯਤਨ ਕਰਾਂਗੇ ਤਾਂ ਜੋ ਜੇਕਰ ਅਸੀਂ ਇਹਨਾਂ ਦੀ ਵਰਤੋਂ ਕਰਨੀ ਸਿੱਖ ਲਈ ਤਾਂ ਫਿਰ ਹੌਲੀ-ਹੌਲੀ ਅਸੀਂ ਹੋਰ ਮੁਹਾਵਰੇ ਆਪਣੀ ਬੋਲਚਾਲ ਦੇ ਲਿਖਤ ਦੇ ਵਿੱਚ ਸ਼ਾਮਿਲ ਕਰਨ ਲੱਗ ਜਾਵਾਂਗੇ। ਤਾਂ ਇਹਦੇ ਵਿੱਚ 101 ਨੰਬਰ ਮੁਹਾਵਰਾ ਹੈ ਮੈਦਾਨ ਮਾਰਨਾ।
ਅਸੀਂ ਬਹੁਤ ਵਾਰ ਸੁਣਿਆ, ਇਹਦੀ ਵਰਤੋਂ ਵੀ ਬਹੁਤ ਵਾਰ ਕੀਤੀ ਹੈ। ਮੈਦਾਨ ਮਾਰਨਾ ਦਾ ਮਤਲਬ ਹੁੰਦਾ ਬੇਟਾ ਜਿੱਤ ਹਾਸਲ ਕਰ ਲੈਣੀ, ਯਾਨੀ ਕਿ ਮੈਦਾਨ ਨੂੰ ਜਿੱਤ ਲੈਣਾ। ਤਾਂ ਉਹ ਮੈਦਾਨ ਕੋਈ ਵੀ ਮੈਦਾਨ ਹੋ ਸਕਦਾ ਹੈ, ਕਿਸੇ ਵੀ ਖੇਤਰ ਦਾ ਮੈਦਾਨ ਹੋ ਸਕਦਾ ਹੈ। ਜਿੱਤ ਭਾਵ ਕਿਸੇ ਵੀ ਖੇਤਰ ਦੇ ਵਿੱਚੋਂ ਪ੍ਰਾਪਤ ਕੀਤੀ ਹੋ ਸਕਦੀ ਹੈ। ਤਾਂ ਇੱਥੇ ਮੈਦਾਨ ਮਾਰਨਾ ਦਾ ਅਸੀਂ ਵਾਕ ਬਣਾ ਸਕਦੇ ਹਾਂ। ਸਾਡੇ ਸਕੂਲ ਦੀ ਟੀਮ ਸ਼ੁਰੂ ਤੋਂ ਹੀ ਤਕੜੀ ਸੀ, ਟੂਰਨਾਮੈਂਟ ਵਿੱਚ ਹੋਰ ਸਾਰੇ ਸਕੂਲਾਂ ਤੋਂ ਮੈਦਾਨ ਮਾਰ ਲਿਆ। ਹੁਣ ਇੱਥੇ ਇੱਕ ਗੱਲ ਦਾ ਅਸੀਂ ਧਿਆਨ ਰੱਖਣਾ ਹੈ ਕਿ ਜਿਹੜੇ ਮੁਹਾਵਰੇ ਦੀ ਅਸੀਂ ਵਾਕ ਦੇ ਵਿੱਚ ਵਰਤੋਂ ਕਰਨੀ ਹੈ, ਉਹ ਵਾਕ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਹੈ। ਕਈ ਵਾਰ ਭੁਲੇਖੇ ਦੇ ਨਾਲ ਵਿਦਿਆਰਥੀ ਉਹਦਾ ਅਰਥ ਹੈ ਜਿਹੜਾ ਉਹ ਮੁਹਾਵਰੇ ਦੀ ਥਾਂ ਤੇ ਵਾਕ ਦੇ ਵਿੱਚ ਵਰਤ ਲੈਂਦੇ। ਅਰਥ ਸਿਰਫ ਸਮਝਣ ਲਈ ਹੈ, ਭਾਵ ਸਪਸ਼ਟ ਕਰਨ ਲਈ ਹੈ, ਜਦ ਕਿ ਅਸੀਂ ਵਰਤੋਂ ਹੈ ਜਿਹੜੀ ਉਸ ਮੁਹਾਵਰੇ ਦੀ ਹੀ ਕਰਨੀ ਹੈ। ਤਾਂ ਇਸ ਤੋਂ ਇਲਾਵਾ ਬਹੁਤ ਸਾਰੇ ਵਾਕ ਤੁਸੀਂ ਆਪ ਮੈਦਾਨ ਮਾਰਨਾ ਦੇ ਬਣਾ ਸਕਦੇ ਹੋ। ਜਿਵੇਂ ਹੁਣ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਉਤਸਵ ਨਾਲ ਸੰਬੰਧਿਤ ਚੱਲ ਰਹੇ ਮੁਕਾਬਲਿਆਂ ਵਿੱਚ ਸਾਡੇ ਸਕੂਲ ਨੇ ਮੈਦਾਨ ਮਾਰ ਲਿਆ। ਤਾਂ ਇਹ ਮੁਹਾਵਰਾ ਹੁਣ ਤੁਹਾਨੂੰ ਕਦੇ ਨਹੀਂ ਭੁੱਲਣਾ। ਅੱਗੇ ਮੁਹਾਵਰਾ ਹੈ ਮੂੰਹ ਦੀ ਖਾਣੀ। ਇਹਦਾ ਅਰਥ ਹੈ ਹਾਰ ਹੋਣੀ। ਮੂੰਹ ਦੀ ਖਾਣੀ ਯਾਨੀ ਕਿ ਮੂੰਹ ਤੇ ਹੀ ਕਿਸੇ ਵਿਅਕਤੀ ਨੂੰ ਹਰਾ ਦੇਣਾ, ਸਾਹਮਣੇ ਹੋ ਕੇ ਹਰਾ ਦੇਣਾ। ਇਹਦਾ ਵਾਕ ਹੈ ਫਰਾਂਸ ਭਾਰਤ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ, ਪਰ ਉਸਨੂੰ ਅੰਗਰੇਜ਼ਾਂ ਤੋਂ ਮੂੰਹ ਦੀ ਖਾਣੀ ਪਈ। ਤਾਂ ਇਹ ਵਧੀਆ ਵਾਕ ਹੈ। ਇਹਦੀ ਥਾਂ ਤੇ ਤੁਸੀਂ ਇਸ ਮੁਹਾਵਰੇ ਦੀ ਹੋਰ ਤਰ੍ਹਾਂ ਨਾਲ ਵੀ ਵਰਤੋਂ ਕਰ ਸਕਦੇ ਹੋ। ਹੁਣ ਸਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਮੂੰਹ ਦੀ ਖਾਣੀ ਦਾ ਅਰਥ ਹੈ ਹਾਰ ਹੋਣੀ। ਤਾਂ ਅਸੀਂ ਇਹਦਾ ਇਸ ਤਰ੍ਹਾਂ ਨਾਲ ਵੀ ਵਾਕ ਬਣਾ ਸਕਦੇ ਹਾਂ ਕਿ ਚੀਨ ਭਾਰਤ ਦੇ ਸਰਹੱਦੀ ਇਲਾਕੇ ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਪਰ ਉਸਨੂੰ ਸਾਡੀਆਂ ਫੌਜਾਂ ਤੋਂ ਮੂੰਹ ਦੀ ਖਾਣੀ ਪਈ। ਅਸੀਂ ਇਹ ਮਸਲਾ ਅਖਬਾਰਾਂ ਦੇ ਵਿੱਚ ਹੁਣ ਪੜ੍ਹਦੇ ਆਏ ਹਾਂ ਨਾ ਪਿੱਛੇ ਜੇ, ਤਾਂ ਇਸ ਲਈ ਇਹ ਵਾਕ ਹੈ ਜਿਹੜਾ ਹੁਣ ਅਸੀਂ ਇਹ ਇਸ ਤਰ੍ਹਾਂ ਨਾਲ ਵਰਤ ਕੇ ਇਸ ਨੂੰ ਕਿਸੇ ਵੀ ਵੇਲੇ ਕਿਸੇ ਵੀ ਮੌਕੇ ਤੇ ਟੁਕਾ ਸਕਦੇ ਹਾਂ। ਅਗਲਾ ਮੁਹਾਵਰਾ ਹੈ ਮੁੱਠੀ ਗਰਮ ਕਰਨੀ, ਭਾਵ ਇਹਦਾ ਹੈ ਰਿਸ਼ਵਤ ਦੇਣੀ। ਮੁੱਠੀ ਗਰਮ ਕਰਨੀ ਭਾਵ ਮੁੱਠੀ ਦੇ ਵਿੱਚ ਪੈਸੇ ਫੜਾਉਣੇ, ਰਿਸ਼ਵਤ ਦੇਣੀ ਕਿਸੇ ਨਜਾਇਜ਼ ਕੰਮ ਦੇ ਲਈ ਜਾਂ ਜਾਇਜ਼ ਕੰਮ ਦੇ ਲਈ। ਜਿਹੜੇ ਪੈਸੇ ਨਹੀਂ ਬਣਦੇ ਸੀ ਉਹ ਦੇਣੇ, ਉਹਦੇ ਲਈ ਅਸੀਂ ਕਹਿੰਦੇ ਹਾਂ ਮੁੱਠੀ ਗਰਮ ਕਰਨੀ। ਜਿਹੜੇ ਪੈਸੇ ਕਿਸੇ ਕੰਮ ਦੇ ਲਈ ਬਣਦੇ ਆ ਉੱਥੇ ਇਹ ਮੁਹਾਵਰਾ ਨਹੀਂ ਵਰਤਿਆ ਜਾਂਦਾ। ਤਾਂ ਮੁੱਠੀ ਗਰਮ ਕਰਨੀ ਦਾ ਵਾਕ ਹੋ ਸਕਦਾ ਹੈ ਨੌਕਰੀਆਂ ਪ੍ਰਾਪਤ ਕਰਨ ਲਈ ਅਜੇ ਵੀ ਵੱਡੇ ਅਫਸਰਾਂ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ। ਤਾਂ ਇਹਦੀ ਥਾਂ ਤੇ ਅਸੀਂ ਹੋਰ ਵੀ ਵਾਕ ਬਣਾ ਸਕਦੇ ਹਾਂ। ਮੁੱਠੀ ਗਰਮ ਕਰਨੀ ਭਾਵ ਰਿਸ਼ਵਤ ਦੇਣੀ। ਇੱਕ ਸਮਾਂ ਅਜਿਹਾ ਜ਼ਰੂਰ ਆਵੇਗਾ ਜਦੋਂ ਭਾਰਤ ਦੇ ਵਿੱਚ ਕੰਮ ਕਰਵਾਉਣ ਲਈ ਕਿਸੇ ਦੀ ਵੀ ਮੁੱਠੀ ਗਰਮ ਕਰਨ ਦੀ ਲੋੜ ਨਹੀਂ ਰਹਿਣੀ। ਤਾਂ ਇਸ ਤਰ੍ਹਾਂ ਦੇ ਹੋਰ ਵਾਕ ਤੁਸੀਂ ਆਪਣੇ ਕੋਲੋਂ ਬਣਾ ਸਕਦੇ ਹੋ। ਅਗਲਾ ਹੈ ਮੱਖਣ ਵਿੱਚੋਂ ਵਾਲ ਵਾਂਗੂ ਕੱਢਣਾ। ਜਿਵੇਂ ਮੱਖਣ ਹੈ, ਮੱਖਣ ਦੇ ਵਿੱਚ ਕਾਲਾ ਕਾਲਾ ਵਾਲ ਦਿਖਾਈ ਦਿੰਦਾ, ਤਾਂ ਉਹਨੂੰ ਆਰਾਮ ਦੇ ਨਾਲ ਬਾਹਰ ਕੱਢ ਦੇਣਾ, ਸੌਖੀ ਤਰ੍ਹਾਂ ਨਾਲ। ਤਾਂ ਇਹਦਾ ਅਰਥ ਹੈ ਆਸਾਨੀ ਨਾਲ ਦੁਸ਼ਮਣ ਨੂੰ ਹਰਾ ਦੇਣਾ। ਠੀਕ ਹੈ, ਦੁਸ਼ਮਣ ਦੀ ਹਾਰ ਹੋਵੇ ਉਹ ਵੀ ਆਸਾਨੀ ਨਾਲ, ਉੱਥੇ ਇਸ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਇਹਦਾ ਅਸੀਂ ਵਾਕ ਬਣਾ ਸਕਦੇ ਹਾਂ ਹਰੀ ਨੇ ਧੋਖਾ ਕਰਕੇ ਪਾਲ ਨੂੰ ਆਪਣੇ ਸਾਂਝੇ ਕਾਰੋਬਾਰ ਵਿੱਚੋਂ ਮੱਖਣ ਵਿੱਚੋਂ ਵਾਲ ਵਾਂਗੂ ਕੱਢ ਦਿੱਤਾ। ਯਾਨੀ ਕਿ ਉਹਨੇ ਧੋਖਾ ਦਿੱਤਾ, ਕਾਰੋਬਾਰ ਸਾਂਝਾ ਸੀ ਤਾਂ ਧੋਖਾ ਦੇ ਕੇ ਜਿਵੇਂ ਮੱਖਣ ਵਿੱਚੋਂ ਵਾਲ ਕੱਢਦੇ ਹੈ ਉਸ ਤਰ੍ਹਾਂ ਨਾਲ ਉਸਨੂੰ ਕੱਢ ਦਿੱਤਾ, ਜਦ ਕਿ ਉਹ ਦੋਹਾਂ ਦਾ ਸਾਂਝਾ ਸੀ। ਤਾਂ ਇਹਦਾ ਅਸੀਂ ਹੋਰ ਆਪਣੇ ਕੋਲੋਂ ਬਹੁਤ ਵਧੀਆ ਵਾਕ ਹੈ ਜਿਹੜਾ ਆਪਣੀ ਲੋੜ ਅਨੁਸਾਰ ਬਣਾ ਸਕਦੇ ਹਾਂ। ਜਾਂ ਇਸ ਮੁਹਾਵਰੇ ਨੂੰ ਅਸੀਂ ਗੱਲਬਾਤ ਦੇ ਵਿੱਚ ਬਹੁਤ ਵਾਰ ਢੁਕਾਉਂਦੇ ਹਾਂ, ਇਹਦੀ ਅਸੀਂ ਆਮ ਹੀ ਵਰਤੋਂ ਕਰਦੇ ਹਾਂ। ਹੋਰ ਹੈ ਬੇਟਾ ਯੱਕੜ ਮਾਰਨੇ।
ਯੱਕੜ ਮਾਰਨੇ ਯਾਨੀ ਕਿ ਗੱਪਾਂ ਮਾਰਨੀਆਂ, ਅਜਿਹੀਆਂ ਗੱਲਾਂ ਕਰਨੀਆਂ ਜਿਨ੍ਹਾਂ ਦਾ ਕੋਈ ਅਰਥ ਨਾ ਹੋਵੇ, ਫਜ਼ੂਲ ਗੱਲਾਂ ਕਰਨੀਆਂ। ਇਹਦਾ ਵਾਕ ਬਣ ਸਕਦਾ ਹੈ, ਸੁਰਜੀਤ ਹਰ ਵਕਤ ਯੱਕੜ ਮਾਰਦਾ ਰਹਿੰਦਾ ਹੈ, ਕੋਈ ਕੰਮ ਦੀ ਗੱਲ ਨਹੀਂ ਕਰਦਾ। ਤਾਂ ਯੱਕੜ ਮਾਰਨੇ ਯਾਨੀ ਕਿ ਕੰਮ ਦੀ ਗੱਲ ਨਾ ਕਰਨੀ। ਇਹਦਾ ਤੁਸੀਂ ਮੁਹਾਵਰੇ ਦੀ ਵਰਤੋਂ ਇਸ ਪ੍ਰਕਾਰ ਵੀ ਕਰ ਸਕਦੇ ਹੋ ਕਿ ਹੁਣ ਪ੍ਰੀਖਿਆ ਦੇ ਦਿਨ ਨਜ਼ਦੀਕ ਹਨ, ਇਸ ਲਈ ਸਾਨੂੰ ਵਿਹਲੇ ਬੈਠ ਕੇ ਯੱਕੜ ਨਹੀਂ ਮਾਰਨੇ ਚਾਹੀਦੇ। ਤਾਂ ਅੱਗੇ ਅਗਲਾ ਮੁਹਾਵਰਾ ਹੈ ਬੇਟਾ, ਰਾਈ ਦਾ ਪਹਾੜ ਬਣਾਉਣਾ। ਰਾਈ ਤੁਸੀਂ ਦੇਖੀ ਹੋਣੀ ਹੈ, ਬਹੁਤ ਬਰੀਕ ਬਰੀਕ, ਬਹੁਤ ਕੁਲੀ ਕੁਲੀ ਹੁੰਦੀ ਹੈ। ਉਹਦਾ ਪਹਾੜ ਬਣਾਉਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ, ਕਿਉਂਕਿ ਉਹ ਸਿਰਕਦੀ ਜਾਂਦੀ ਹੈ, ਹੇਠਾਂ ਨੂੰ ਵਿਛਦੀ ਜਾਂਦੀ ਹੈ। ਤਾਂ ਉਵੇਂ ਹੀ ਰਾਈ ਦਾ ਪਹਾੜ ਬਣਾਉਣ ਦਾ ਅਰਥ ਹੈ ਵਧਾ ਚੜਾ ਕੇ ਗੱਲ ਕਰਨੀ। ਭਾਵ ਗੱਲ ਉਨੀ ਨਹੀਂ ਸੀ, ਪਰ ਉਸਨੂੰ ਬਹੁਤ ਜ਼ਿਆਦਾ ਵਧਾ ਚੜਾ ਕੇ ਪੇਸ਼ ਕਰਤਾ। ਤਾਂ ਇਸ ਮੁਹਾਵਰੇ ਦੀ ਵਰਤੋਂ ਕੀਤੀ ਜਾ ਸਕਦੀ ਹੈ ਕਿ ਚੰਗੇ ਪੱਤਰਕਾਰ ਕਿਸੇ ਘਟਨਾ ਨੂੰ ਜਿੰਨੀ ਕੁ ਹੁੰਦੀ ਹੈ ਉਨਾ ਹੀ ਦੱਸਦੇ ਹੈ, ਰਾਈ ਦਾ ਪਹਾੜ ਨਹੀਂ ਬਣਾਉਂਦੇ। ਭਾਵ ਅਖਬਾਰਾਂ ਦੇ ਵਿੱਚ ਉਨੀ ਕੁ ਗੱਲ ਦੱਸਦੇ ਆ ਜਿੰਨੀ ਸੱਚ ਹੈ, ਥੋੜੀ ਗੱਲ ਨੂੰ ਵਧਾ ਚੜਾ ਕੇ ਪੇਸ਼ ਨਹੀਂ ਕਰਦੇ। ਜਾਂ ਅਸੀਂ ਇਸ ਨੂੰ ਇਸ ਤਰ੍ਹਾਂ ਨਾਲ ਵੀ ਵਰਤ ਸਕਦੇ ਹਾਂ ਕਿ ਬੱਚਿਆਂ ਦੀ ਲੜਾਈ ਮਾਂ ਪਿਓ ਤੱਕ ਪਹੁੰਚ ਗਈ ਤੇ ਉਹ ਆਪਸ ਦੇ ਨਾਲ ਲੜ ਬੈਠੇ, ਐਵੇਂ ਹੀ ਰਾਈ ਦਾ ਪਹਾੜ ਬਣ ਗਿਆ। ਬੱਚਿਆਂ ਦੀ ਲੜਾਈ ਦੇ ਵਿੱਚ ਮਾਂ-ਬਾਪ ਆ ਗਏ, ਉਹ ਆਪਸ ਦੇ ਵਿੱਚ ਲੜਨ ਲੱਗ ਗਏ ਤੇ ਰਾਈ ਦਾ ਪਹਾੜ ਬਣ ਗਿਆ। ਅੱਗੇ ਵਾਕ ਹੈ ਬੇਟਾ, ਰਫੂ ਚੱਕਰ ਹੋ ਜਾਣਾ। ਰਫੂ ਚੱਕਰ ਹੋ ਜਾਣਾ ਦਾ ਮਤਲਬ ਹੈ ਦੌੜ ਜਾਣਾ। ਤਾਂ ਇਹਦਾ ਵਾਕ ਬਣ ਸਕਦਾ ਹੈ, ਜੇਬ ਕਤਰਾ ਮੇਰੀ ਜੇਬ ਕੱਟ ਕੇ ਰਫੂ ਚੱਕਰ ਹੋ ਗਿਆ, ਭੱਜ ਗਿਆ। ਮਤਲਬ ਆਸੇ-ਪਾਸੇ ਫਿਰ ਦਿਖਾਈ ਨਹੀਂ ਦਿੱਤਾ। ਤਾਂ ਇਸ ਮੁਹਾਵਰੇ ਦੇ ਬਹੁਤ ਸਾਰੇ ਹੋਰ ਵਾਕ ਬਣ ਸਕਦੇ ਹੈ। ਜਿਵੇਂ ਸਾਇੰਸ ਦੇ ਅਧਿਆਪਕ ਨੇ ਸਾਨੂੰ ਕਿਰਿਆ ਕਰਨ ਲਈ ਦਿੱਤੀ, ਪਰ ਵਿੱਚੋਂ ਬਹੁਤੇ ਵਿਦਿਆਰਥੀ ਰਫੂ ਚੱਕਰ ਹੋ ਗਏ। ਥੋੜੇ ਜਿਹੇ ਰਹਿ ਗਏ ਜਿਨ੍ਹਾਂ ਨੇ ਕੰਮ ਕਰਨਾ ਸੀ, ਦੂਸਰੇ ਦੌੜ ਗਏ। ਅਗਲਾ ਮੁਹਾਵਰਾ ਹੈ ਬੇਟਾ, ਰੰਗ ਉੱਡ ਜਾਣਾ। ਰੰਗ ਉੱਡ ਜਾਣਾ ਦਾ ਅਰਥ ਹੈ ਘਬਰਾ ਜਾਣਾ। ਇਮਤਿਹਾਨ ਵਿੱਚੋਂ ਫੇਲ ਹੋਣ ਦੀ ਖਬਰ ਸੁਣ ਕੇ ਬਿੱਲੂ ਦਾ ਰੰਗ ਉੱਡ ਗਿਆ। ਹੁਣ ਇਸ ਮੁਹਾਵਰੇ ਨੂੰ ਵੀ ਅਸੀਂ ਬਹੁਤ ਵਾਰ ਵਰਤਦੇ ਹਾਂ ਤੇ ਇਹਦੀ ਬਹੁਤ ਵਾਰ ਵਰਤੋਂ ਕੀਤੀ ਆਮ ਬੋਲਚਾਲ ਤੇ ਲਿਖਤ ਦੇ ਵਿੱਚ ਜਾ ਸਕਦੀ ਹੈ। ਇਹਦਾ ਅਸੀਂ ਹੋਰ ਮੁਹਾਵਰੇ ਬਹੁਤ ਸਾਰੇ ਬਣਾ ਸਕਦੇ ਹਾਂ। ਉਦਾਹਰਨ ਵਜੋਂ ਪ੍ਰੀਖਿਆ ਵਿੱਚ ਜਦੋਂ ਵਿਦਿਆਰਥੀ ਨਕਲ ਕਰਦਾ ਫੜਿਆ ਗਿਆ ਤਾਂ ਉਸ ਦਾ ਰੰਗ ਉੱਡ ਗਿਆ। ਅਗਲਾ ਮੁਹਾਵਰਾ ਹੈ ਬੇਟਾ, ਲੜ ਫੜਨਾ। ਲੜ ਫੜਨਾ ਦਾ ਅਰਥ ਹੈ ਆਸਰਾ ਲੈਣਾ, ਕਿਸੇ ਦਾ ਸਹਾਰਾ ਲੈਣਾ, ਕਿਸੇ ਦਾ ਲੜ ਫੜ ਲੈਣਾ। ਤਾਂ ਇਸ ਦਾ ਵਾਕ ਹੈ, ਸੰਬੰਧੀ ਜਾਂ ਮਿੱਤਰ ਉਹ ਹੀ ਵਡਿਆਈ ਯੋਗ ਹੁੰਦਾ ਹੈ ਜਿਸ ਦਾ ਭੀੜ ਪੈਣ ਤੇ ਤੁਸੀਂ ਲੜ ਫੜ ਸਕੋ। ਤਾਂ ਇਹ ਮੁਹਾਵਰਾ ਹੈ ਜਿਹੜਾ ਹੋਰ ਬਹੁਤ ਤਰ੍ਹਾਂ ਨਾਲ ਵਰਤਿਆ ਜਾ ਸਕਦਾ ਹੈ ਕਿ ਜੋ ਵਿਅਕਤੀ ਪਰਮਾਤਮਾ ਦਾ ਲੜ ਫੜ ਲੈਂਦਾ ਹੈ ਉਸ ਨੂੰ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਹਰਾ ਨਹੀਂ ਸਕਦੀਆਂ। ਅੱਗੇ ਹੈ ਲਹੂ ਪੰਗਰਨਾ। ਲਹੂ ਪੰਗਰਨ ਦਾ ਅਰਥ ਹੈ ਪਿਆਰ ਜਾਗ ਪੈਣਾ। ਸੁੱਤਾ ਹੋਇਆ ਪਿਆਰ ਹੈ ਜਿਹੜਾ ਉਹ ਪੈਦਾ ਹੋ ਜਾਣਾ। ਤਾਂ ਇਹਦਾ ਅਸੀਂ ਵਾਕ ਬਣਾ ਸਕਦੇ ਹਾਂ, ਆਪਣੀ ਔਲਾਦ ਲਈ ਮਾਂ-ਬਾਪ ਦਾ ਲਹੂ ਪੰਗਰ ਹੀ ਜਾਂਦਾ ਹੈ, ਚਾਹੇ ਉਹ ਕਸੂਰਵਾਰ ਹੀ ਕਿਉਂ ਨਾ ਹੋਵੇ। ਮਤਲਬ ਆਪਣੇ ਬੱਚਿਆਂ ਦੇ ਪ੍ਰਤੀ ਮਾਂ-ਪਿਓ ਦੇ ਮਨ ਦੇ ਵਿੱਚ ਇੰਨਾ ਪਿਆਰ ਹੁੰਦਾ ਹੈ ਕਿ ਜੇਕਰ ਉਹ ਕਸੂਰ ਕਰਦੇ ਹੈ, ਉਹ ਇੱਕ ਵਾਰ ਸਖਤ ਭਾਵੇਂ ਹੋ ਜਾਣ ਪਰ ਫਿਰ ਉਹਨਾਂ ਦਾ ਲਹੂ ਪੰਗਰ ਜਾਂਦਾ ਹੈ ਉਹਨਾਂ ਨੂੰ ਦੇਖ ਕੇ, ਕਿਉਂਕਿ ਆਪਣੇ ਹੀ ਬੱਚੇ ਹੈ। ਅਗਲਾ ਮੁਹਾਵਰਾ ਹੈ ਬੇਟਾ ਲਹੂ ਸੁੱਕਣਾ। ਲਹੂ ਸੁੱਕਣਾ ਦਾ ਅਰਥ ਹੈ ਫਿਕਰ ਹੋਣਾ ਜਾਂ ਚਿੰਤਾ ਹੋਣੀ। ਤਾਂ ਇਹਦਾ ਅਸੀਂ ਵਾਕ ਬਣਾ ਸਕਦੇ ਹਾਂ,
ਇਮਤਿਹਾਨਾਂ ਦਾ ਅਜਿਹਾ ਹਊਆ ਬਣਿਆ ਹੋਇਆ ਹੈ ਕਿ ਵਿਦਿਆਰਥੀਆਂ ਦਾ ਸਾਰਾ ਸਾਲ ਹੀ ਲਹੂ ਸੁੱਕਦਾ ਰਹਿੰਦਾ ਹੈ। ਜਾਂ ਇਸ ਮੁਹਾਵਰੇ ਦੀ ਅਸੀਂ ਵਰਤੋਂ ਕਰ ਸਕਦੇ ਹਾਂ ਕਿ ਜਿਸ ਦਿਨ ਮੇਰਾ 5ਵੀਂ ਜਮਾਤ ਦਾ ਨਤੀਜਾ ਆਉਣਾ ਸੀ, ਮੇਰਾ ਲਹੂ ਸੁੱਕਦਾ ਰਿਹਾ। ਜਾਂ ਜਦੋਂ ਤੱਕ ਮੇਰਾ ਨਤੀਜਾ ਨਾ ਆ ਗਿਆ, ਉਦੋਂ ਤੱਕ ਮੇਰਾ ਲਹੂ ਸੁੱਕਦਾ ਰਿਹਾ। ਯਾਨੀ ਕਿ ਮੈਨੂੰ ਚਿੰਤਾ ਰਹੀ ਜਾਂ ਮੈਨੂੰ ਫਿਕਰ ਰਿਹਾ। ਅਗਲਾ ਮੁਹਾਵਰਾ ਹੈ ਵਾਲ ਵਿੰਗਾ ਨਾ ਹੋਣਾ। ਹੁਣ ਵਾਲ ਹੈ ਜਿਹੜਾ ਉਹ ਬੜੀ ਸੌਖੀ ਤਰ੍ਹਾਂ ਨਾਲ ਸਿੱਧਾ ਹੁੰਦਾ, ਵਿੰਗਾ ਹੋ ਜਾਂਦਾ, ਪਰ ਵਾਲ ਵੀ ਵਿੰਗਾ ਨਾ ਹੋਣਾ ਭਾਵ ਕੋਈ ਵੀ ਨੁਕਸਾਨ ਨਾ ਹੋਣਾ, ਥੋੜਾ ਜਿਹਾ ਵੀ ਨੁਕਸਾਨ ਨਾ ਹੋਣਾ। ਤਾਂ ਇਹਦੀ ਅਸੀਂ ਵਰਤੋਂ ਕਰ ਸਕਦੇ ਹਾਂ, ਦੁਰਘਟਨਾ ਵਿੱਚ ਦੋਹਾਂ ਕਾਰਾਂ ਦਾ ਬਹੁਤ ਨੁਕਸਾਨ ਹੋਇਆ ਪਰ ਸਵਾਰੀਆਂ ਦਾ ਵਾਲ ਵਿੰਗਾ ਨਾ ਹੋਇਆ, ਭਾਵ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ। ਤਾਂ ਇਸ ਮੁਹਾਵਰੇ ਨੂੰ ਅਸੀਂ ਹੋਰ ਤਰ੍ਹਾਂ ਨਾਲ ਵੀ ਵਰਤ ਸਕਦੇ ਹਾਂ ਕਿ ਜੇਕਰ ਅਸੀਂ ਪਰਮਾਤਮਾ ਦੇ ਲੜ ਲੱਗਦੇ ਹਾਂ ਤਾਂ ਕੋਈ ਵੀ ਮੁਸ਼ਕਲ ਹੋਵੇ, ਸਾਡਾ ਵਾਲ ਵਿੰਗਾ ਨਹੀਂ ਹੁੰਦਾ। ਅਗਲਾ ਮੁਹਾਵਰਾ ਹੈ ਵੇਲੇ ਨੂੰ ਰੋਣਾ। ਵੇਲੇ ਨੂੰ ਰੋਣਾ ਭਾਵ ਪਛਤਾਉਣਾ। ਵੇਲਾ ਹੈ ਜਿਹੜਾ ਉਹ ਲੰਘ ਗਿਆ, ਜਦੋਂ ਅਸੀਂ ਕੋਈ ਕੰਮ ਕਰ ਸਕਦੇ ਸੀ, ਕੋਈ ਕਾਰਜ ਕਰ ਸਕਦੇ ਸੀ, ਤਾਂ ਹੁਣ ਅਸੀਂ ਰੋਣ ਲੱਗ ਪਏ ਭਾਵ ਪਛਤਾਉਣ ਲੱਗ ਪਏ। ਤਾਂ ਇਸ ਮੁਹਾਵਰੇ ਦੀ ਵਰਤੋਂ ਇਸ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ, ਜੋ ਲੋਕ ਸਮੇਂ ਦੀ ਕਦਰ ਨਹੀਂ ਕਰਦੇ ਉਹ ਬੀਤੇ ਵੇਲੇ ਨੂੰ ਰੋਂਦੇ ਹਨ। ਬਹੁਤ ਹੀ ਸੋਹਣਾ ਵਾਕ ਹੈ। ਤਾਂ ਇਹਦਾ ਅਸੀਂ ਮੁਹਾਵਰੇ ਦੀ ਵਰਤੋਂ ਹੋਰ ਅਨੇਕਾਂ ਤਰ੍ਹਾਂ ਨਾਲ ਕਰ ਸਕਦੇ ਹਾਂ, ਭਾਵ ਜਿਹੜੇ ਵਿਦਿਆਰਥੀ ਸਮੇਂ ਸਿਰ ਆਪਣੀ ਪੜ੍ਹਾਈ ਨਹੀਂ ਕਰਦੇ, ਉਹ ਪ੍ਰੀਖਿਆ ਨਜ਼ਦੀਕ ਆਉਣ 'ਤੇ ਵੇਲੇ ਨੂੰ ਰੋਂਦੇ ਹਨ। ਪਰ ਆਪਾਂ ਇਸ ਤਰ੍ਹਾਂ ਦੇ ਵਿਦਿਆਰਥੀ ਨਹੀਂ, ਆਪਾਂ ਤਾਂ ਆਪਣੀ ਸਾਰੀ ਪੜ੍ਹਾਈ ਸਮੇਂ ਸਿਰ ਹੀ ਖਤਮ ਕਰ ਲੈਂਦੇ ਹਾਂ। ਤਾਂ ਇਹ ਬੇਟਾ ਆਪਣੇ 101 ਤੋਂ 113 ਤੱਕ ਮੁਹਾਵਰੇ ਸੀਗੇ। ਤਾਂ ਇਹ ਮੁਹਾਵਰੇ ਅਸੀਂ ਕਈ ਵਾਰ ਸੁਣੇ ਹੈ, ਸਾਡੀ ਆਮ ਹੀ ਬੋਲਚਾਲ ਦੇ ਵਿੱਚ ਵੀ ਸ਼ਾਮਿਲ ਹੈ। ਜਦੋਂ ਅਸੀਂ ਲਿਖਦੇ ਹਾਂ, ਲਿਖਤ ਦੇ ਵਿੱਚ ਵੀ ਇਹਨਾਂ ਨੂੰ ਆਪਣੀ ਲਿਖਤ ਦਾ ਹਿੱਸਾ ਬਣਾ ਲੈਂਦੇ ਹਾਂ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਮੁਹਾਵਰੇ ਹੋ ਸਕਦੇ ਹੈ। ਇਹਨਾਂ ਹੀ ਮੁਹਾਵਰਿਆਂ ਦੀ ਜਿਹੜੇ ਆਪਾਂ ਹੁਣ ਪੜ੍ਹ ਕੇ ਹਟੇ ਹਾਂ, ਬਹੁਤ ਤਰ੍ਹਾਂ ਨਾਲ ਹੋਰ ਵਰਤੋਂ ਹੋ ਸਕਦੀ ਹੈ, ਭਾਵ ਇੱਕ ਮੁਹਾਵਰੇ ਦੇ ਅਸੀਂ ਅਨੇਕਾਂ ਹੀ ਵਾਕ ਬਣਾ ਸਕਦੇ ਹਾਂ। ਇਹ ਕੋਈ ਜ਼ਰੂਰੀ ਨਹੀਂ ਕਿ ਜਿਹੜੇ ਵੀ ਵਾਕ ਤੁਹਾਡੀ ਪਾਠ ਪੁਸਤਕ ਦੇ ਵਿੱਚ ਬਣੇ ਹੋਏ ਹੈ ਜਾਂ ਤੁਹਾਨੂੰ ਮੈਂ ਬਣਾ ਕੇ ਦੱਸੇ ਹੈ, ਤੁਸੀਂ ਉਹੀ ਪ੍ਰੀਖਿਆ ਦੇ ਲਈ ਯਾਦ ਕਰਨੇ ਹੈ। ਜੇ ਤੁਸੀਂ ਇਹਨਾਂ ਦੇ ਭਾਵ ਅਰਥਾਂ ਨੂੰ ਇੱਕ ਵਾਰ ਹੁਣ ਚੰਗੀ ਤਰ੍ਹਾਂ ਦੇ ਨਾਲ ਸਮਝ ਲਿਆ, ਤਾਂ ਤੁਸੀਂ ਆਪਣੇ ਸ਼ਬਦਾਂ ਨੂੰ ਵਰਤ ਕੇ ਇਹਨਾਂ ਨੂੰ ਹੋਰ ਬਹੁਤ ਸੋਹਣੀ ਤਰ੍ਹਾਂ ਨਾਲ ਵਿਸਥਾਰ ਦੇ ਸਕਦੇ ਹੋ। ਇਹਨਾਂ ਦੇ ਬਹੁਤ ਸਾਰੇ ਵਾਕ ਬਣਾ ਸਕਦੇ ਹੋ, ਪਰ ਸਿਰਫ ਇਹਨਾਂ ਦੇ ਅਰਥਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਇਹ ਅਰਥ ਹੈ ਜਿਹੜਾ ਉਹ ਬਦਲਣਾ ਨਹੀਂ ਚਾਹੀਦਾ। ਮੁਹਾਵਰੇ ਦਾ ਅਰਥ ਹੈ ਜਿਹੜਾ ਉਹ ਇਹੀ ਰਹਿਣਾ ਚਾਹੀਦਾ। ਜੇਕਰ ਮੁਹਾਵਰੇ ਦਾ ਅਰਥ ਅਸੀਂ ਚੰਗੀ ਤਰ੍ਹਾਂ ਨਾਲ ਸਮਝ ਲਿਆ, ਤਾਂ ਫਿਰ ਸਾਨੂੰ ਨਾ ਕਿਤਾਬ ਤੋਂ ਨਾ ਕਿਸੇ ਹੋਰ ਪਾਸਿਓਂ ਮੁਹਾਵਰੇ ਯਾਦ ਕਰਨ ਦੀ ਲੋੜ ਨਹੀਂ। ਉਹਨਾਂ ਦੀ ਅਸੀਂ ਵਰਤੋਂ ਸਹਿਜੇ ਹੀ ਕਰ ਲੈਂਦੇ ਹਾਂ। ਉਹਦੇ ਲਈ ਸਾਨੂੰ ਥੋੜ੍ਹੇ ਅਭਿਆਸ ਦੀ ਲੋੜ ਹੈ। ਅਸੀਂ ਅਰਥ ਪੜ੍ਹੀਏ, ਇੱਕ ਦੂਸਰੇ ਨਾਲ, ਸਾਥੀਆਂ ਨਾਲ ਜਦੋਂ ਅਸੀਂ ਗੱਲਬਾਤ ਕਰਦੇ ਹਾਂ, ਤਾਂ ਅਸੀਂ ਕੋਸ਼ਿਸ਼ ਕਰੀਏ ਕਿ ਗੱਲਬਾਤ ਦੇ ਵਿੱਚ ਅਸੀਂ ਇਹਨਾਂ ਮੁਹਾਵਰਿਆਂ ਦੀ ਵਰਤੋਂ ਕਰੀਏ। ਜੇ ਅਸੀਂ ਗੱਲਬਾਤ ਦੇ ਵਿੱਚ ਇੱਕ ਦੂਜੇ ਨਾਲ, ਆਪਣੇ ਸਹਿਯੋਗੀਆਂ ਨਾਲ, ਸਹਿਪਾਠੀਆਂ ਨਾਲ, ਦੋਸਤਾਂ ਨਾਲ ਮੁਹਾਵਰਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ, ਤਾਂ ਸਾਡਾ ਆਪਣੇ ਆਪ ਹੀ ਅਭਿਆਸ ਹੋ ਜਾਣਾ। ਤੇ ਜੇਕਰ ਇਹ ਇੱਕ ਵਾਰ ਅਭਿਆਸ ਹੋ ਗਿਆ, ਤਾਂ ਸਾਡੀ ਜਿਹੜੀ ਭਾਸ਼ਾ ਹੈ ਉਹ ਇੰਨੀ ਸੋਹਣੀ ਤੇ ਅਲੰਕਾਰਿਤ ਹੋ ਜਾਣੀ ਹੈ ਕਿ ਅਸੀਂ ਸਕੂਲ ਦੇ ਬਹੁਤ ਸਾਰੇ ਸਮਾਗਮਾਂ ਦੇ ਵਿੱਚ ਸਟੇਜ ਸੰਭਾਲ ਸਕਦੇ ਹਾਂ। ਅਸੀਂ ਸਟੇਜ ਤੇ ਆਪਣੇ ਵੱਲੋਂ ਕੋਈ ਵੀ ਜਿਹੜਾ ਹੈ ਕੋਈ ਕਿਰਿਆ ਕਰਕੇ ਦਿਖਾ ਸਕਦੇ ਹਾਂ, ਕੁਛ ਉੱਥੇ ਬੋਲ ਸਕਦੇ ਹਾਂ, ਭਾਸ਼ਣ ਹੋਵੇ ਜਾਂ ਕਹਾਣੀ ਹੋਵੇ, ਤਾਂ ਉਹਦੇ ਵਿੱਚ ਸਾਨੂੰ ਕਿਸੇ ਕਿਸਮ ਦੀ ਹਿਚਕਚਾਹਟ ਨਹੀਂ ਹੋਣੀ। ਸਾਨੂੰ ਇਉਂ ਮਹਿਸੂਸ ਹੀ ਨਹੀਂ ਹੋਣਾ ਕਿ ਸਾਡੇ ਕੋਲ ਸ਼ਬਦਾਂ ਦੀ ਕਮੀ ਹੋ ਗਈ, ਕਿਉਂਕਿ ਇਹ ਸਾਰੇ ਸ਼ਬਦ ਹੈ ਜਿਹੜੇ
ਇਹਨਾਂ ਨੇ ਸਾਡੀ ਭਾਸ਼ਾ ਨੂੰ ਇੰਨਾ ਅਮੀਰ ਕਰ ਦੇਣਾ ਹੈ ਕਿ ਸਾਹਮਣੇ ਜਿਹੜੇ ਬੈਠੇ ਹੋਏ ਦਰਸ਼ਕ ਨੇ ਜਾਂ ਸਰੋਤੇ ਨੇ, ਉਹਨਾਂ ਨੂੰ ਅਸੀਂ ਜੋ ਕੁਝ ਵੀ ਬੋਲਿਆ ਉਹ ਸਾਰਾ ਬਹੁਤ ਹੀ ਜ਼ਿਆਦਾ ਪਸੰਦ ਆ ਜਾਣਾ ਹੈ। ਤਾਂ ਉੱਥੇ ਸਾਡੀ ਬਹੁਤ ਵਾਹ-ਵਾਹ ਹੋਣੀ ਹੈ, ਕਿਉਂਕਿ ਇਹ ਮੁਹਾਵਰੇ ਸਾਡੀ ਭਾਸ਼ਾ ਨੂੰ ਇੰਨੀ ਅਮੀਰੀ ਬਖਸ਼ਦੇ ਹੈ, ਸਾਡੀ ਜਿਹੜੀ ਬੋਲਚਾਲ ਹੈ ਉਹਨੂੰ ਇੰਨਾ ਪ੍ਰਭਾਵਸ਼ਾਲੀ ਬਣਾ ਲੈਂਦੇ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਜੋ ਵੀ ਗੱਲਬਾਤ ਕੀਤੀ ਹੈ ਉਹਦੇ ਵਿੱਚ ਸਹਿਜ ਸੁਭਾਅ ਨਾਲ ਮੁਹਾਵਰਿਆਂ ਦੀ ਵਰਤੋਂ ਕੀਤੀ ਤੇ ਉਹ ਸਾਹਮਣੇ ਵਾਲੇ ਨੂੰ ਇੰਨੀ ਜ਼ਿਆਦਾ ਚੰਗੀ ਲੱਗੀ। ਤਾਂ ਹੁਣ ਅਸੀਂ